ਅੱਜ ਜਦੋਂ ਮੈਂ ਗੱਲ ਕਰ ਰਹੀ ਸੀ ਤਾਂ ਮੈਂ ਵੇਖਿਆ ਆਪਣੀ ਮਾਂ ਦੇ ਮੱਥੇ 'ਤੇ ਉੱਭਰੀਆਂ ਹੋਈਆਂ ਤਿਉੜੀਆਂ, ਗੁੱਸੇ ਨਾਲ ਫੜਫੜਾ ਰਹੇ ਬੁੱਲ੍ਹ ਅਤੇ ਉਹਨਾਂ ਦੀਆਂ ਮੈਨੂੰ ਲਗਾਤਾਰ ਘੂਰਦੀਆਂ ਅੱਖਾਂ, ਜਿਵੇਂ ਕਹਿ ਰਹੀਆਂ ਹੋਣ ਹਾਲੇ ਥੱਕੀ ਨਹੀਂ ਗੱਲ ਕਰਕੇ, ਹੋਰ ਕਿੰਨੀਆਂ ਕੁ ਗੱਲਾਂ ਰਹਿ ਗਈਆਂ। ਭਾਵੇਂ ਮੌਸਮ ਠੰਡਾ ਸੀ ਪਰ ਪਸੀਨੇ ਦੀਆਂ ਬੂੰਦਾਂ ਮੇਰੀ ਮਾਂ ਦੇ ਮੱਥੇ 'ਤੇ ਉੱਭਰ ਰਹੀਆਂ ਸਨ। ਆਪਣੇ ਮਾਂ ਪਿਓ ਦੇ ਅੱਜ ਕੱਲ੍ਹ ਬਦਲ ਰਹੇ ਵਤੀਰੇ ਨੂੰ ਵੇਖ ਮੇਰੀਆਂ ਸੋਚਾਂ ਵਿੱਚ ਵੀ ਅਜੀਬ ਜਿਹੀ ਹਲਚਲ ਮੱਚੀ ਹੋਈ ਹੈ, ਜਿਹੜੀ ਮੈਨੂੰ ਰਾਤਾਂ ਨੂੰ ਚੱਜ ਨਾਲ ਸੌਣ ਨਹੀਂ ਦਿੰਦੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੀ ਮਾਂ 'ਚ ਅਚਾਨਕ ਇਹ ਬਦਲਾਅ ਕਿਉਂ। ਅੱਗੇ ਤਾਂ ਕਦੇ ਮੈਨੂੰ ਫੋਨ 'ਤੇ ਗੱਲ ਕਰਨ ਤੋਂ ਨਹੀਂ ਸਨ ਰੋਕਦੇ, ਸਗੋਂ ਆਪ ਮੇਰੀ ਗੱਲ ਕਰਵਾਉਂਦੇ ਸਨ ਮੇਰੀ ਭੂਆ ਨਾਲ। ਉਹ ਤਾਂ ਵਿਚਾਰੀ ਪਹਿਲਾਂ ਹੀ ਦੁੱਖਾਂ ਦੀ ਭੰਨੀ ਹੋਈ ਹੈ ਤੇ ਹੁਣ ਅਸੀਂ ਵੀ ਉਸ ਤੋਂ ਪਾਸਾ ਵੱਟ ਲਈਏ। ਮੈਨੂੰ ਤਾਂ ਕਦੇ ਕਦੇ ਆਪਣੇ ਪਿਓ 'ਤੇ ਵੀ ਬਹੁਤ ਗੁੱਸਾ ਆਉਂਦਾ, ਇੰਜ ਲੱਗਦਾ ਜਿਵੇਂ ਉਹ ਵੀ ਕਤਰਾਉਂਦਾ ਹੈ ਕੰਨੀ ਮੇਰੀ ਭੂਆ ਨਾਲ ਗੱਲ ਕਰਨ ਤੋਂ। ਇਹ ਮੇਰੇ ਪਿਓ ਦੀ ਉਹੀ ਲਾਡਲੀ ਭੈਣ ਹੈ ਜਿਹਨੂੰ ਮੇਰਾ ਪਿਓ ਕਦੇ ਮੇਰੇ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਤੇ ਮੈਂ ਆਪਣੇ ਪਿਓ ਦਾ ਆਪਣੇ ਨਾਲੋਂ ਵੱਧ ਕਿਸੇ ਹੋਰ ਨਾਲ ਮੋਹ ਵੇਖ ਖਿੱਚ ਜਾਂਦੀ ਸਾਂ। ਪਰ ਅੱਜ ਮੇਰੇ ਲਈ ਇਹ ਸਹਿਣਾ ਔਖਾ ਹੋਇਆ ਪਿਆ ਕਿ ਮੇਰੀ ਉਸ ਭੂਆ ਤੋਂ ਮੇਰੇ ਮਾਂ ਪਿਓ ਨੇ ਅਚਾਨਕ ਮੁੱਖ ਕਿਉਂ ਮੋੜ ਲਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਅਜਿਹਾ ਅਚਾਨਕ ਇੱਕਦਮ ਹੋ ਕੀ ਗਿਆ। ਇੰਨੇ ਗੂੜੇ ਰਿਸ਼ਤਿਆਂ ਵਿੱਚ ਇੰਨੀ ਵਿੱਥ ਦਾ ਪੈ ਜਾਣਾ। ਰੱਬ ਦੀ ਕਰੀ ਦਾ ਬੰਦਾ ਰੋ ਪਿੱਟ ਕੇ ਜਰ ਹੀ ਲੈਂਦਾ, ਪਰ ਆਪਣਿਆਂ ਦਾ ਕੀਤਾ ਧੱਕਾ ਜਰਨਾ ਬਹੁਤ ਔਖਾ ਹੁੰਦਾ ਹੈ। ਮੈਂ ਬਹੁਤ ਹੈਰਾਨ ਹੁੰਦੀ ਆਪਣੀ ਭੂਆ ਦਾ ਜੇਰਾ ਵੇਖ ਕੇ, ਕਿਵੇਂ ਜਰ ਗਈ ਸਾਰਾ ਕੁਝ। ਜਦੋਂ ਮੈਂ ਭੂਆ ਦੀਆਂ ਅੱਖਾਂ ਵੱਲ ਵੇਖਦੀ ਤਾਂ ਮੈਨੂੰ ਭੂਆ ਦੀਆਂ ਅੱਖਾਂ ਵਿੱਚ ਆਪਣੇ ਲਈ ਬਹੁਤ ਮੋਹ ਤਰਦਾ ਨਜ਼ਰ ਆਉਂਦਾ। ਭਾਵੇਂ ਭੂਆ ਦੀਆਂ ਅੱਖਾਂ ਵਿੱਚ ਉਹ ਪਹਿਲਾਂ ਵਾਲੀ ਚਮਕ ਨਹੀਂ ਰਹੀ, ਜਿਹੜੀ ਚਮਕ ਲਾਲੀ ਵੀਰੇ ਦੇ ਹੁੰਦਿਆਂ ਹੁੰਦੀ ਸੀ। ਲਾਲੀ ਵੀਰੇ 'ਚ ਭੂਆ ਦੀ ਜਾਨ ਵਸਦੀ ਸੀ। ਭੂਆ ਵੀ ਵੀਰੇ ਦੇ ਮਗਰ ਮਗਰ ਆ ਗਈ ਆਸਟ੍ਰੇਲੀਆ, ਇਹ ਸੋਚ ਕੇ ਕਿ ਵੀਰਾ ਖਬਰੇ ਰੋਟੀ ਖਾਂਦਾ ਵੀ ਹੈ ਚੱਜ ਨਾਲ ਕਿ ਨਹੀਂ। ਕਹਿੰਦੀ ਸੀ ਆਪਣੇ ਹੱਥਾਂ ਨਾਲ ਪਕਾ ਕੇ ਦਿਆ ਕਰਾਂਗੀ ਗਰਮ ਗਰਮ ਰੋਟੀਆਂ, ਪਰ ਉਹਨੂੰ ਕੀ ਪਤਾ ਸੀ ਜਿਹਨੂੰ ਗਰਮ ਗਰਮ ਰੋਟੀਆਂ ਦੇਣੀਆਂ ਉਹ ਤਾਂ ਮੇਰੀ ਭੂਆ ਇੰਡੀਆ ਤੋਂ ਆਸਟ੍ਰੇਲੀਆ ਆਈ ਹੋਈ ਅੱਜ ਕੱਲ੍ਹ ਆਪਣੇ ਪੁੱਤ ਦੇ ਘਰ ਠਹਿਰੀ ਹੋਈ ਹੈ। ਪੁੱਤ ਉਹੀ ਪੁੱਤ ਜਿਹੜਾ ਕਦੋਂ ਦਾ ਸਿਵਿਆਂ ਦੀ ਰਾਖ 'ਚ ਰਲ ਗਿਆ। ਇੱਕੋ ਇੱਕ ਪੁੱਤ ਸੀ ਮੇਰੀ ਭੂਆ ਦਾ, 24 ਸਾਲਾਂ ਦਾ ਗੱਭਰੂ। ਮੇਰੀ ਭੂਆ ਨੇ ਤਾਂ ਆਪਣੀ ਸਾਰੀ ਉਮਰ ਹੀ ਆਪਣੇ ਉਸ ਪੁੱਤ ਬਾਰੇ ਸੋਚ ਸੋਚ ਕੇ ਕੱਢ ਦਿੱਤੀ। ਸੋਚਦੀ ਸੀ ਆਪਣੇ ਪੁੱਤ ਨੂੰ ਵਿਆਹ ਕੇ ਨੂੰਹ ਵਾਲੀ ਬਣ ਜਾਊਂਗੀ ਤੇ ਫਿਰ ਪੋਤਰੇ ਪੋਤਰੀਆਂ 'ਚ ਖੇਡਦੀ ਖੇਡਦੀ ਆਪਣੇ ਹੰਢਾਏ ਦੁੱਖਾਂ ਨੂੰ ਕਿਹਨੇ ਚੇਤੇ ਰੱਖਣਾ। ਪਰ ਵਿਚਾਰੀ ਨੂੰ ਕੀ ਪਤਾ ਸੀ ਇੰਨੀ ਮਾੜੀ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ। ਸੋਚ ਕੇ ਮੇਰੇ ਬੁੱਲ੍ਹ ਮੇਰੇ ਦੰਦਾਂ ਵਿੱਚ ਟੁੱਕ ਗਏ। ਮੇਰੀ ਭੂਆ ਜਿਹੜੀ ਮਸਾਂ ਹੀ 28 ਕੁ ਵਰ੍ਹਿਆਂ ਦੀ ਸੀ ਜਦੋਂ ਉਹਦੇ ਨਾਲ ਲਾਵਾਂ ਲੈਣ ਵਾਲੇ ਦੀਆਂ ਸਾਹਾਂ ਦੀਆਂ ਤੰਦਾਂ ਟੁੱਟ ਗਈਆਂ। ਭੂਆ ਨੂੰ ਮਿੰਟ ਨਹੀਂ ਲੱਗਿਆ ਸੁਹਾਗਣ ਤੋਂ ਵਿਧਵਾ ਹੋਣ 'ਚ। ਉਹ ਤਾਂ ਉਦਣ ਬੜੀ ਖੁਸ਼ ਸੀ ਕਿਉਂਕਿ 5 ਵਰ੍ਹੇ ਜੋ ਹੋ ਗਏ ਸਨ ਭੂਆ ਨੂੰ ਫੁੱਫੜ ਦੇ ਲੜ ਲੱਗਿਆ। ਇਹਨਾਂ 5 ਵਰ੍ਹਿਆਂ 'ਚ ਉਹਨੇ ਆਪਣੇ ਪਤੀ ਨਾਲ ਕਦੇ ਲੜ ਕੇ ਨਹੀਂ ਸੀ ਵੇਖਿਆ। ਫੁੱਫੜ ਜੀ ਵੀ ਭੂਆ ਦੀ ਹਰ ਹਾਂ 'ਚ ਹਾਂ ਮਿਲਾਉਂਦੇ। ਬਹੁਤ ਗੂੜਾ ਪਿਆਰ ਸੀ ਇਹਨਾਂ ਦੋਵਾਂ 'ਚ, ਸ਼ਾਇਦ ਇੰਨਾ ਕੁ ਹੀ ਸੀ। ਉਸ ਸ਼ਾਮ ਭੂਆ ਉਡੀਕ ਰਹੀ ਸੀ ਆਪਣੀਆਂ ਖੁਸ਼ੀਆਂ ਨੂੰ, ਆਪਣੇ ਜੀਵਨ ਸਾਥੀ ਨੂੰ, ਪਰ ਭੂਆ ਨੂੰ ਕੀ ਪਤਾ ਸੀ ਕਿ ਇਹ ਉਡੀਕ ਉਮਰਾਂ ਦੀ ਉਡੀਕ ਬਣ ਜਾਣੀ। ਉਹ ਸ਼ਾਮ ਭੂਆ ਦੀ ਜ਼ਿੰਦਗੀ 'ਚ ਅਜਿਹਾ ਹਨੇਰਾ ਪਸਰਿਆ ਜਿਹੜਾ ਭੂਆ ਦੀ ਜ਼ਿੰਦਗੀ 'ਚ ਪੱਕੇ ਪੈਰ ਪਸਾਰ ਕੇ ਬੈਠ ਗਿਆ। ਉਸ ਦਿਨ ਘਰ ਫੁੱਫੜ ਜੀ ਨਹੀਂ ਆਏ, ਉਹਨਾਂ ਦੀ ਲਾਸ਼ ਹੀ ਆਈ। ਲਾਸ਼ ਵੀ ਇਸ ਹਾਲਤ ਵਿੱਚ ਜਿਸ ਨੂੰ ਵੇਖਿਆ ਵੀ ਨਹੀਂ ਸੀ ਜਾ ਸਕਦਾ। ਕੋਈ ਟਰੱਕ ਵਾਲਾ ਦਰੜ ਕੇ ਚਲਾ ਗਿਆ ਸੀ। ਭੂਆ ਦੀਆਂ ਖੁਸ਼ੀਆਂ, ਉਸ ਦੀਆਂ ਸਧਰਾਂ ਨੂੰ ਤੇ ਉਸ ਦੇ ਸੁਪਨਿਆਂ ਨੂੰ ਫੁੱਫੜ ਜੀ ਦੇ ਤੁਰ ਜਾਣ ਮਗਰੋਂ ਭੂਆ ਜਿਵੇਂ ਪੱਥਰ ਹੀ ਬਣ ਗਈ ਹੋਵੇ। ਉਹਨੂੰ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ। ਬੀਬੀ ਦੱਸਦੀ ਹੁੰਦੀ ਉਦੋਂ ਭੂਆ ਦੀ ਕੁੜੀ ਮਹਿਕ ਮਸਾਂ ਕੀ 1.5 ਕੁ ਸਾਲਾਂ ਦੀ ਸੀ ਤੇ ਲਾਲੀ ਵੀਰਾ 4 ਕੁ ਸਾਲਾਂ ਦਾ। ਮੇਰੇ ਦਾਦਾ ਦਾਦੀ ਤੇ ਮੇਰੀ ਭੂਆ ਦੇ ਰੱਬ ਵਰਗੇ ਸੱਸ ਸਹੁਰੇ ਨੇ ਬਥੇਰਾ ਜ਼ੋਰ ਲਾਇਆ ਕਿ ਦੁਬਾਰਾ ਭੂਆ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰੇ ਜਾਣ, ਪਰ ਭੂਆ ਹਮੇਸ਼ਾ ਆਖਦੀ ਜਦੋਂ ਇੱਕ ਵਾਰ ਜ਼ਿੰਦਗੀ ਦੇ ਰੰਗ ਉੱਡ ਜਾਣ ਤਾਂ ਫਿੱਕੇ ਹੋਏ ਰੰਗਾਂ 'ਚ ਕੋਈ ਰੰਗ ਨਹੀਂ ਜੱਚਦਾ। ਫਿੱਕੇ ਰੰਗਾਂ ਨਾਲ ਸਾਂਝ ਪਾ ਕੇ ਹੀ ਮੈਂ ਆਪਣੀ ਜ਼ਿੰਦਗੀ ਕੱਢ ਲੈਣੀ, ਨਾਲੇ ਸੁੱਖ ਨਾਲ ਮੈਨੂੰ ਕਾਹਦਾ ਘਾਟਾ। ਰੱਬ ਨੇ ਇੱਕ ਧੀ ਤੇ ਪੁੱਤ ਦਿੱਤਾ, ਉਹਨਾਂ ਨਾਲ ਹੀ ਮੇਰੀ ਜ਼ਿੰਦਗੀ ਦੇ ਰੰਗ ਭਰ ਜਾਣੇ।
ਭੂਆ ਨੂੰ 3-4 ਵਰ੍ਹੇ ਲੱਗ ਗਏ ਆਪਣੇ ਆਪ ਨੂੰ ਸੰਭਾਲਦਿਆਂ। ਉਦੋਂ ਤੱਕ ਮਹਿਕ ਵੀ ਸਕੂਲ ਜਾਣ ਲੱਗੀ ਤੇ ਲਾਲੀ ਵੀਰਾ ਵੀ ਤੀਜੀ ਜਮਾਤ ਵਿੱਚ ਹੋ ਗਿਆ। ਭੂਆ ਦੀ ਸੱਸ ਬਹੁਤ ਚੰਗੀ ਸੀ। ਉਹਨੇ ਤਾਂ ਭੂਆ ਨੂੰ ਆਪਣੀ ਧੀਆਂ ਨਾਲੋਂ ਵੀ ਵੱਧ ਪਿਆਰਿਆ। ਭੂਆ ਦਾ ਦਿਓਰ ਦਰਾਣੀ ਵੀ ਭੂਆ ਦੀ ਬਹੁਤ ਇੱਜ਼ਤ ਕਰਦੇ। ਭੂਆ ਲਈ ਉਹ ਆਪਣੇ ਭੈਣ ਭਰਾਵਾਂ ਨਾਲੋਂ ਵੀ ਵੱਧ ਸਨ। ਚੰਗੀ ਪ੍ਰਾਪਰਟੀ ਬਣਾਈ ਹੋਈ ਸੀ ਫੁੱਫੜ ਜੀ ਨੇ। ਉਹਨਾਂ ਦਾ ਕੰਮ ਧੰਦਾ ਬਹੁਤ ਚੰਗਾ ਸੀ, ਪਰ ਦਿਓਰ ਨੇ ਕਦੇ ਵੀ ਉਹਨਾਂ ਦੀ ਕਿਸੇ ਵੀ ਪ੍ਰਾਪਰਟੀ 'ਤੇ ਹੱਕ ਨਹੀਂ ਜਤਾਇਆ। ਸ਼ਹਿਰ ਵਿੱਚ 3 ਦੁਕਾਨਾਂ ਕਿਰਾਏ 'ਤੇ ਚੜ੍ਹਾਈਆਂ ਹੋਈਆਂ ਸਨ ਅਤੇ ਇੱਕ ਕੋਠੀ ਵੀ ਖਰੀਦੀ ਹੋਈ ਸੀ। ਕੋਠੀ ਵੀ ਕਿਰਾਏ 'ਤੇ ਚੜ੍ਹਾ ਦਿੱਤੀ ਗਈ। ਦੁਕਾਨਾਂ ਅਤੇ ਕੋਠੀ ਦੇ ਕਿਰਾਏ ਵੱਲ ਕਦੇ ਵੀ ਕਿਸੇ ਨੇ ਝਾਕ ਨਹੀਂ ਰੱਖੀ। ਉਹ ਰੁਪਏ ਆਏ ਮਹੀਨੇ ਭੂਆ ਦੇ ਹੱਥ 'ਤੇ ਧਰ ਜਾਂਦੇ ਸਨ। ਭੂਆ ਦੇ ਸਹੁਰੇ ਨੇ ਘਰ ਦਾ ਬੱਚਿਆਂ ਦੀ ਪੜ੍ਹਾਈ ਦਾ ਖਰਚ ਆਪੇ ਚੁੱਕਿਆ ਹੋਇਆ ਸੀ। ਭੂਆ ਨੂੰ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਰ ਇੱਕੋ ਕਮੀ ਸੀ ਜਿਹੜੀ ਕਦੇ ਪੂਰੀ ਨਹੀਂ ਸੀ ਹੋ ਸਕਦੀ, ਕਿਉਂਕਿ ਜੀਆਂ ਦਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ। ਭੂਆ ਹਾਲੇ ਜੀਣਾ ਸਿੱਖ ਹੀ ਰਹੀ ਸੀ ਮਹਿਕ ਅਤੇ ਲਾਲੀ ਨੂੰ ਵੇਖ, ਪਰ ਸ਼ਾਇਦ ਜ਼ਿੰਦਗੀ ਨੂੰ ਭੂਆ ਦਾ ਜਿਉਣ ਦਾ ਇਹ ਢੰਗ ਵੀ ਪਸੰਦ ਨਹੀਂ ਆਇਆ। ਇੱਕ ਹੋਰ ਚੰਗਿਆੜੀ ਬੈਠੀ ਹੋਈ ਸੀ ਭੂਆ ਦੇ ਲੇਖਾਂ ਕੋਲ, ਜਿਹੜੀ ਬੇਵਕਤ ਮੱਚ ਗਈ। ਇੱਕ ਵਾਰ ਫੇਰ ਭੂਆ ਦੀਆਂ ਖੁਸ਼ੀਆਂ 'ਤੇ ਸੱਤਰ ਵਿਛਾਉਣ ਲਈ ਇਸ ਵਾਰ ਕਿਸਮਤ ਨੇ ਭੂਆ ਦੇ ਲੇਖਾਂ ਵਿੱਚੋਂ ਧੀ ਨਾਂ ਦੀ ਲਕੀਰ ਵੱਢ ਪਰਾਂ ਸੁੱਟ ਦਿੱਤੀ। ਬਹੁਤ ਰੋਈ ਮੇਰੀ ਭੂਆ ਧੀ ਲਈ, ਬਹੁਤ ਤੜਫੀ, ਪਰ ਟੁੱਟੀਆਂ ਗੰਢਾਂ ਕਦੋਂ ਜੁੜਦੀਆਂ। ਮਹਿਕ ਦੇ ਸਾਹ ਵੀ ਪਲਾਂ ਵਿੱਚ ਧੋਖਾ ਦੇ ਗਏ ਭੂਆ ਨੂੰ। ਇੱਕ ਦਿਨ ਮਾੜਾ ਜਿਹਾ ਤਾਪ ਹੋਇਆ ਅਤੇ ਦੂਜੇ ਦਿਨ ਟੁੱਟੀਆਂ ਟੱਟੀਆਂ ਉਲਟੀਆਂ ਨੇ ਖਾ ਲਈ ਮਹਿਕ। ਡਾਕਟਰ ਨੇ ਮਿੰਟ ਲਾਇਆ ਨਾਹ ਵਿੱਚ ਸਿਰ ਮਾਰਨ ਨੂੰ। ਆਖਣ ਲੱਗਾ, ਹੁਣ ਕੁਝ ਨਹੀਂ ਬਚਿਆ ਇਹਦੇ 'ਚ, ਲੈ ਜਾਓ ਘਰ। ਬਥੇਰਾ ਰੋਈ ਮੇਰੀ ਭੂਆ। ਡਾਕਟਰ ਦੇ ਮੂਹਰੇ ਹੱਥ ਜੋੜ ਤਰਲੇ ਮਿੰਨਤਾਂ ਕਰਨ ਲੱਗੀ ਕਿ ਮੇਰੀ ਧੀ ਨੂੰ ਬਚਾ ਲਓ। ਤੇ ਡਾਕਟਰ ਆਖਣ ਲੱਗਾ, ਜੇ ਕੁਝ ਹੁੰਦਾ ਇਹਦੇ ਵਿੱਚ ਤਾਂ ਅਸੀਂ ਪੂਰੀ ਵਾਹ ਲਾ ਦਿੰਦੇ, ਪਰ ਹੁਣ ਮਰੀ ਮੁੱਕੀ 'ਚ ਸਾਹ ਕਿੱਥੋਂ ਭਰੀਏ। ਮੇਰੀ ਭੂਆ ਨੇ ਪਹਾੜ ਜਿੱਡਾ ਜੇਰਾ ਕਰ ਇਹ ਦੁੱਖ ਵੀ ਜ਼ਾਰ ਲਿਆ। ਹੁਣ ਉਹਦੀ ਰੂਹ ਦੀਆਂ ਤੰਦਾਂ ਉਹਦੇ ਪੁੱਤ ਨਾਲ ਬੱਝੀਆਂ ਰਹਿ ਗਈਆਂ। ਭੂਆ ਸਾਂਝ ਸਵੇਰੇ ਰੱਬ ਅੱਗੇ ਅਰਦਾਸਾਂ ਕਰਦੀ ਪੁੱਤ ਦੀਆਂ ਲੰਮੀਆਂ ਉਮਰਾਂ ਦੀ। ਹੋਰ ਬੱਚਿਆ ਵੀ ਕੀ ਸੀ ਉਹਦੇ ਕੋਲ, ਇੱਕ ਪੁੱਤ ਹੀ ਤਾਂ ਸੀ। ਲਾਡਾਂ ਚਾਵਾਂ ਨਾਲ ਪੜ੍ਹਾਇਆ ਲਿਖਾਇਆ, 12ਵੀਂ ਕਰਵਾਈ। ਪੁੱਤ ਹੁਣ ਉਡਾਰ ਹੋ ਗਿਆ ਸੀ ਤੇ ਆਪਣੀਆਂ ਮਨ ਮਰਜ਼ੀਆਂ ਕਰਨੀਆਂ ਵੀ ਉਹਨੇ ਸਿੱਖ ਲਈਆਂ ਸਨ। ਭੂਆ ਦੇ ਮਾਂ ਪਿਓ ਤੇ ਵੱਡਾ ਭਰਾ ਜਾਣੀ ਕਿ ਮੇਰਾ ਪਿਓ ਆਸਟ੍ਰੇਲੀਆ ਵਸਦੇ ਸਨ। ਲਾਲੀ ਦੇ ਮਨ ਵਿੱਚ ਵੀ ਰੀਝਾਂ ਉੱਗ ਪਈਆਂ ਆਸਟ੍ਰੇਲੀਆ ਆਉਣ ਦੀਆਂ। ਭਾਵੇਂ ਭੂਆ ਪੂਰਾ ਹੱਕ ਵਿੱਚ ਨਹੀਂ ਸੀ ਆਪਣਾ ਘਰ-ਬਾਰ ਛੱਡ ਕੇ ਬਾਹਰ ਆਉਣ ਦੇ, ਪਰ ਜਵਾਨ ਪੁੱਤ ਦੀਆਂ ਰੀਝਾਂ ਮੂਹਰੇ ਬੇਵੱਸ ਹੋ ਕੇ ਹਾਮੀ ਭਰ ਦਿੱਤੀ। ਪਹਿਲਾਂ ਪੁੱਤ ਬਾਹਰ ਤੋਰਿਆ ਤੇ ਮਗਰ ਆਪ ਵੀ ਆ ਗਈ। ਜਦੋਂ ਲਾਲੀ ਸਾਡੇ ਕੋਲ ਆਇਆ ਉਦੋਂ ਮੇਰੇ ਮਾਂ ਪਿਓ ਬਹੁਤ ਖੁਸ਼ ਸਨ। ਉਦੋਂ ਹੀ ਕਿਉਂ, ਉਸ ਤੋਂ ਪਹਿਲਾਂ ਵੀ ਮੇਰੇ ਮਾਂ ਪਿਓ ਮੇਰੀ ਭੂਆ ਨੂੰ ਬਹੁਤ ਮੋਹ ਕਰਦੇ ਸਨ। ਕੋਈ ਦਿਨ ਅਜਿਹਾ ਨਹੀਂ ਸੀ ਲੰਘਦਾ ਜਿੱਦਣ ਭੂਆ ਨਾਲ ਫੋਨ 'ਤੇ ਗੱਲ ਨਾ ਹੋਈ ਹੋਵੇ। ਜਦੋਂ ਵੀ ਅਸੀਂ ਇੰਡੀਆ ਜਾਂਦੇ ਮੇਰੀ ਭੂਆ ਲਈ ਵਧੀਆ ਤੋਂ ਵਧੀਆ ਤੋਹਫੇ ਲੈ ਕੇ ਜਾਂਦੇ। ਭੂਆ ਵੀ ਮੇਰੇ ਮਾਂ ਪਿਓ ਨੂੰ ਮੈਨੂੰ ਆਪਣੀਆਂ ਅੱਖਾਂ 'ਤੇ ਬਿਠਾ ਕੇ ਰੱਖਦੀ। ਮੈਨੂੰ ਤਾਂ ਬਹੁਤ ਹੀ ਲਾਡ ਲਡਾਉਂਦੀ। ਜਦੋਂ ਮੇਰੇ ਮਾਂ ਪਿਓ ਨੂੰ ਕਦੇ ਬੁਰਾ ਨਹੀਂ ਲੱਗਿਆ। ਹੁਣ ਪਤਾ ਨਹੀਂ ਕੀ ਹੋ ਗਿਆ, ਹੁਣ ਜਦੋਂ ਮੇਰੀ ਭੂਆ ਮੇਰੇ ਨਾਲ ਲਾਡ ਨਾਲ ਗੱਲ ਕਰਦੀ ਤੇ ਮੈਨੂੰ ਵੀ ਉਹਦੇ 'ਤੇ ਮੋਹ ਆਉਂਦਾ ਤਾਂ ਮੇਰੇ ਮਾਂ ਪਿਓ ਦੀਆਂ ਅੱਖਾਂ ਵਿੱਚ ਮੈਨੂੰ ਅਜੀਬ ਜਿਹੇ ਡਰ ਦਾ ਪਰਛਾਵਾਂ ਨਜ਼ਰ ਆਉਣ ਲੱਗਾ। ਮੈਂ ਆਪਣੇ ਮਾਂ ਪਿਓ ਤੋਂ ਕਿੰਨੀ ਵਾਰ ਪੁੱਛ ਚੁੱਕੀ ਹਾਂ ਕਿ ਆਖਰ ਅਜਿਹਾ ਕੀ ਹੋ ਗਿਆ, ਤੁਸੀਂ ਭੂਆ ਤੋਂ ਮੂੰਹ ਕਿਉਂ ਵੱਟ ਰਹੇ ਹੋ। ਉਹ ਵਿਚਾਰੀ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੋਈ ਹੈ, ਪਰ ਤੁਸੀਂ ਉਸ ਨਾਲੋਂ ਆਪਣਾ ਤੇ ਮੇਰਾ ਮੋਹ ਤੋੜ ਕੇ ਉਹਨੂੰ ਮੌਤ ਤੋਂ ਪਹਿਲਾਂ ਹੀ ਕਿਉਂ ਮਾਰਨਾ ਚਾਹੁੰਦੇ ਹੋ। ਪਰ ਉਹਨਾਂ ਕੋਲ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ। ਜਵਾਬ ਤਾਂ ਬੀਬੀ ਬਾਪੂ ਜੀ ਕੋਲ ਵੀ ਨਹੀਂ। ਫਿਰ ਕਿਹਨੂੰ ਪੁੱਛਾਂ ਮੈਂ, ਮੈਨੂੰ ਕੁਝ ਸਮਝ ਨਹੀਂ ਆਉਂਦਾ। ਭੂਆ ਨੇ ਲਾਲੀ ਨੂੰ ਸਾਡੇ ਕੋਲ ਭੇਜਿਆ, ਪਰ ਛੇਤੀ ਹੀ ਲਾਲੀ ਨੂੰ ਪਾਪਾ ਨੇ ਵੱਖਰਾ ਘਰ ਲੈ ਦਿੱਤਾ। ਬੀਬੀ ਤੇ ਬਾਪੂ ਜੀ ਵੀ ਲਾਲੀ ਨਾਲ ਰਹਿਣ ਲੱਗੇ। ਆਖਰ ਨਾਨਾ ਨਾਨੀ ਸਨ ਲਾਲੀ ਦੇ, ਇੰਜ ਤੋਤੇ ਨੂੰ ਕਿਵੇਂ ਇਕੱਲਾ ਛੱਡ ਸਕਦੇ ਸਨ। ਤੇ ਭੂਆ ਵੀ ਆ ਗਈ ਆਪਣੇ ਪੁੱਤ ਕੋਲ। ਜ਼ਿੰਦਗੀ ਸੋਹਣੀ ਤੁਰ ਪਈ। ਭੂਆ ਦੇ ਦਿਓਰ ਦੇ ਪੁੱਤਰ ਦਾ ਵਿਆਹ ਵੀ ਆ ਗਿਆ। ਭੂਆ ਨੇ ਵਿਆਹ 'ਚ ਸਾਂਝ ਪਾਉਣਾ ਆਪਣਾ ਫਰਜ਼ ਸਮਝਿਆ ਅਤੇ ਆਪਣੇ ਫਰਜ਼ ਨੂੰ ਨਿਭਾਉਣ ਲਈ ਆ ਗਈ ਇੰਡੀਆ। ਲਾਲੀ ਵੀ ਮੰਗਿਆ ਹੋਇਆ ਸੀ ਤੇ ਵਿਆਹ ਦੇ ਦਿਨ ਹਾਲੇ ਧਰਨੇ ਸਨ, ਪਰ ਉਹਨੂੰ ਕੀ ਪਤਾ ਸੀ
ਕਿ ਦਿਨ ਕਦੇ ਨਹੀਂ ਧਰੇ ਜਾਣੇ। ਭੂਆ ਨੂੰ ਇੰਡੀਆ ਆਏ 2 ਦਿਨ ਹੀ ਹੋਏ ਸਨ ਕਿ ਨਾਲ ਹੀ ਖਬਰ ਆ ਗਈ ਕਿ ਲਾਲੀ ਦੇ ਸੱਟ ਲੱਗੀ। ਭੂਆ ਉਨੀ ਪੈਰੀ ਟਿਕਟ ਕਰਾ ਵਾਪਸ ਆ ਪਹੁੰਚੀ ਆਸਟ੍ਰੇਲੀਆ। ਇੱਕ ਵਾਰ ਫਿਰ ਮੌਤ ਜਿੱਤ ਗਈ ਤੇ ਜ਼ਿੰਦਗੀ ਹਾਰ ਗਈ। ਭੂਆ ਨੂੰ ਪੁੱਤ ਨਹੀਂ, ਪੁੱਤ ਦੀ ਲਾਸ਼ ਹੀ ਮਿਲੀ। ਉਹ ਵੀ ਪਿਓ ਵਰਗੀ ਕਿਸਮਤ ਹੀ ਲਿਖਵਾ ਕੇ ਆਇਆ ਸੀ ਤੇ ਕਿਸਮਤ 'ਚ ਲਿਖਿਆ ਹੋਇਆ ਸੀ ਐਕਸੀਡੈਂਟ। ਭੂਆ ਦਾ ਸਭ ਕੁਝ ਲੁੱਟਿਆ ਗਿਆ ਸੀ। ਨਾ ਪੁੱਤ ਬਚਿਆ, ਨਾ ਧੀ। 47 ਸਾਲਾਂ ਦੀ ਉਮਰ ਵਿੱਚ ਭੂਆ ਖਾਲੀ ਹੋ ਕੇ ਬੈਠ ਗਈ। ਭੂਆ ਦਾ ਕਿਧਰੇ ਦਿਲ ਨਹੀਂ ਸੀ ਲੱਗਦਾ। ਹੁਣ ਭੂਆ ਜੀ ਮੇਰੇ ਨਾਲ ਆਪਣੇ ਦੁੱਖ ਸੁੱਖ ਸਾਂਝਾ ਕਰਦੀ ਹੈ ਤਾਂ ਪਤਾ ਨਹੀਂ ਕਿਉਂ ਮੇਰੇ ਮੰਮੀ ਪਾਪਾ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਨੇ, ਜਿਵੇਂ ਉਹ ਡਰਦੇ ਨੇ ਕਿ ਕਿਧਰੇ ਮੈਨੂੰ ਮੇਰੀ ਭੂਆ ਉਹਨਾਂ ਕੋਲੋਂ ਖੋਹ ਨਾ ਲਏ। ਮੈਨੂੰ ਤਰਸ ਆਉਂਦਾ ਆਪਣੇ ਮਾਂ ਪਿਓ ਦੀਆਂ ਇਹਨਾਂ ਅਜੀਬ ਗੱਲਾਂ 'ਤੇ। ਭਲਾ ਇੱਦਾਂ ਵੀ ਕਦੇ ਹੁੰਦਾ? ਕੌਣ ਕਿਸੇ ਦੀ ਔਲਾਦ ਨੂੰ ਖੋਹ ਸਕਦਾ? ਮੈਂ ਚਾਹੇ ਆਪਣੀ ਭੂਆ ਨਾਲ ਲਾਡ ਕਰਾਂ, ਭਾਵੇਂ ਨਾ, ਧੀ ਤਾਂ ਆਪਣੇ ਮਾਪਿਆਂ ਦੀ ਹੀ ਰਹਾਂਗੀ। ਪਰ ਕਿੰਜ ਸਮਝਾਵਾਂ, ਮੇਰੇ ਵੱਸ ਤੋਂ ਬਾਹਰ ਗੱਲ ਹੈ। ਇਹ ਤਾਂ ਮੇਰੇ ਮਾਂ ਪਿਓ ਦੇ ਰੁੱਖੇ ਵਤੀਰੇ ਤੋਂ ਦੁਖੀ ਹੋ ਭੂਆ ਇੰਡੀਆ ਚਲੀ ਗਈ। ਕੱਲੀ ਜਾਨ ਘਰ ਵੱਢ ਖਾਣ ਨੂੰ ਆਵੇ। ਭੂਆ ਮੇਰੇ ਤਾਏ ਘਰ ਚਲੀ ਗਈ। ਆਖਰ ਉਹਦਾ ਵੱਡਾ ਭਰਾ ਸੀ। ਭਰਾ ਵੀ ਬੜਾ ਮੋਹ ਦਿਖਾਉਂਦਾ ਸੀ ਕਿ ਭੈਣ ਥੋੜ੍ਹੇ ਦਿਨ ਸਾਡੇ ਘਰ ਆ ਕੇ ਰਹਿ, ਤੇਰਾ ਮਨ ਬਦਲ ਜਾਊਗਾ। ਪਰ ਭੂਆ ਨੂੰ ਕੀ ਪਤਾ ਸੀ ਉਹਨਾਂ ਦੀ ਨੀਅਤ ਬਦਲ ਜਾਊਗੀ। ਉਹਨਾਂ ਭੂਆ ਨੂੰ ਹੱਥ 'ਚ ਕਰ 2 ਦੁਕਾਨਾਂ ਆਪਣੇ ਨਾਂ ਕਰਾਉਣ ਨੂੰ ਦੇਰ ਨਾ ਲਾਈ। ਜਦੋਂ ਦੁਕਾਨਾਂ ਉਹਨਾਂ ਦੇ ਨਾਂ ਹੋ ਗਈਆਂ ਤਾਂ ਆਪੇ ਭੂਆ ਨੂੰ ਉਹਦੇ ਘਰ ਛੱਡ ਆਏ। ਮੁੜ ਕੇ ਕਿਹਨੇ ਸਾਰ ਲੈਣੀ ਸੀ? ਮੁੜ ਕਿਸੇ ਭਰਾ ਭਤੀਜੇ ਨਾ ਪੁੱਛਿਆ। ਹੁਣ ਨਾ ਤਾਂ ਭੂਆ ਦੀ ਸੱਸ ਸੀ, ਨਾ ਸਹੁਰਾ। ਉਹ ਤਾਂ ਕਦੋਂ ਦੇ ਮਰ ਮੁੱਕ ਗਏ ਸਨ। ਦਿਓਰ ਦਿਓਰਾਣੀ ਭਾਵੇਂ ਬਥੇਰੇ ਚੰਗੇ ਸਨ, ਪਰ ਭੂਆ ਦਾ ਭਰੋਸਾ ਟੁੱਟ ਗਿਆ ਸੀ ਆਪਣੇ ਭਰਾ ਭਤੀਜੇ ਤੋਂ ਖਾਧੀ ਸੱਟ ਕਾਰਨ। ਇੱਧਰ ਬੀਬੀ ਬਾਪੂ ਜੀ ਨੂੰ ਆਪਣੀ ਧੀ ਦੀ ਫਿਕਰ ਸੀ। ਉਹਨਾਂ ਨੂੰ ਭੂਆ ਨੂੰ ਆਪਣੇ ਲਾਡ ਦਾ ਵਾਸਤਾ ਦੇ ਆਪਣੇ ਕੋਲ ਵਾਪਸ ਸੱਦ ਲਿਆ। ਜਦੋਂ ਬੀਜੀ ਬਾਪੂ ਜੀ ਨੇ ਭੂਆ ਨੂੰ ਵਾਪਸ ਸੱਦਿਆ, ਉਦੋਂ ਵੀ ਸਾਡੇ ਘਰ ਬਹੁਤ ਕਲੇਸ਼ ਪਿਆ। ਬੀਜੀ ਤੇ ਬਾਪੂ ਜੀ ਵੀ ਹੁਣ ਤਾਂ ਹੀ ਸਾਡੇ ਘਰ ਘੱਟ ਵੱਧ ਹੀ ਆਉਂਦੇ। ਜ਼ਿਆਦਾਤਰ ਲਾਲੀ ਵੀਰੇ ਦੇ ਘਰ ਹੀ ਰਹਿੰਦੇ। ਉਂਝ ਵੀ ਲਾਲੀ ਵੀਰੇ ਦੀਆਂ ਯਾਦਾਂ ਵਸੀਆਂ ਹੋਈਆਂ ਨੇ ਉਸ ਘਰ ਵਿੱਚ। ਜਦੋਂ ਮੈਂ ਵੀ ਉੱਧਰ ਜਾਣ ਦੀ ਗੱਲ ਕਰਦੀ ਹਾਂ ਤਾਂ ਮੰਮੀ ਪਾਪਾ ਜਿੰਨਾ ਮੈਨੂੰ ਕਦੇ ਝਿੜਕ ਕੇ ਨਹੀਂ ਸੀ ਵੇਖਿਆ, ਗੁੱਸੇ ਨਾਲ ਆਖਦੇ, ਕੀ ਕਰਨ ਜਾਣਾ ਉੱਧਰ। ਮੇਰਾ ਜੀ ਕਰਦਾ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਆਖਰ ਗੱਲ ਕੀ ਹੈ, ਪਰ ਉਹਨਾਂ ਦੇ ਉਤਰੇ ਚਿਹਰੇ ਵੇਖ ਮੇਰੇ ਮਨ ਵਿੱਚ ਆਏ ਅਨੇਕਾਂ ਪ੍ਰਸ਼ਨ ਮੇਰੇ ਗਲੇ ਵਿੱਚ ਹੀ ਡੁੱਬ ਜਾਂਦੇ। ਮੈਂ ਚੁੱਪੀ ਵੱਟ ਲੈਂਦੀ। ਕਦੀ ਮੈਂ ਸੋਚਦੀ ਕਿ ਮੇਰੇ ਤਾਏ ਵੱਲੋਂ ਭੂਆ ਤੋਂ ਹਥਿਆਈਆਂ 2 ਦੁਕਾਨਾਂ ਕਾਰਨ ਹੀ ਤਾਂ ਨਹੀਂ ਵਿੱਥ ਪੈ ਗਈ ਰੂਹਾਂ 'ਚ। ਫਿਰ ਸੋਚਦੀ, ਨਹੀਂ, ਮੇਰੇ ਮਾਪਿਆਂ ਨੂੰ ਕਿਹੜੇ ਪੈਸੇ ਦੀ ਘਾਟ ਆ, ਬਥੇਰੀ ਪ੍ਰਾਪਰਟੀ ਉਹਨਾਂ ਕੋਲ। ਉਹ ਤਾਂ ਆਪ ਤਾਏ ਨਾਲ ਨਾਰਾਜ਼ ਨੇ ਕਿ ਉਹਨੇ ਭੈਣ ਨਾਲ ਬੇਈਮਾਨੀ ਕੀਤੀ। ਕਿੱਥੇ ਲੈ ਕੇ ਜਾਣੀ ਜ਼ਮੀਨ ਜਾਇਦਾਦ ਕਿਸੇ ਦਾ ਦਿਲ ਦੁਖਾ ਕੇ। ਇੰਨਾ ਤਾਂ ਮੈਨੂੰ ਵੀ ਭਰੋਸਾ ਆਪਣੇ ਮਾਂ ਪਿਓ 'ਤੇ ਕਿ ਉਹ ਕਿਸੇ ਨਾਲ ਵੀ ਬੇਈਮਾਨੀ ਨਹੀਂ ਕਰ ਸਕਦੇ। ਪਰ ਮੈਂ ਆਪਣੇ ਸੋਚਾਂ ਦੀਆਂ ਤੰਦਾਂ ਨੂੰ ਕੀ ਕਰਾਂ, ਜਿਨ੍ਹਾਂ ਵਿੱਚ ਮੈਂ ਦਿਨ ਰਾਤ ਉਲਝਦੀ ਜਾ ਰਹੀ ਹਾਂ। ਅੱਜ ਮੈਂ ਬਿਨਾਂ ਕਿਸੇ ਨੂੰ ਦੱਸਿਆਂ ਬੀਬੀ ਬਾਪੂ ਜੀ ਨੂੰ ਮਿਲਣ ਜਾਣ ਬਾਰੇ ਸੋਚ ਰਹੀ ਸੀ। ਕਦੇ ਸੋਚਦੀ ਜਾਵਾਂ, ਫਿਰ ਸੋਚਦੀ ਛੱਡ ਪਰਾਂ, ਘਰ ਵਿੱਚ ਕਲੇਸ਼ ਹੋਊ, ਕੀ ਫਾਇਦਾ। ਫਿਰ ਸੋਚਿਆ ਜ਼ਰੂਰੀ ਦੱਸਣਾ ਕਿ ਬੀਬੀ ਬਾਪੂ ਜੀ ਕੋਲ ਹੀ ਜਾ ਰਹੀ ਹਾਂ। ਕਹਿ ਦਿਆਂਗੀ ਆਪਣੀ ਸਹੇਲੀ ਦੇ ਘਰ ਚੱਲੀ ਹੈ। ਮੈਂ ਆਪਣੇ ਮਨ ਦੀ ਗੱਲ ਮੰਨ ਲਈ ਅਤੇ ਆਪਣੀ ਮੰਮੀ ਨੂੰ ਦੱਸਿਆ ਕਿ ਮੈਂ ਆਪਣੀ ਸਹੇਲੀ ਹਰਜੋਤ ਨੂੰ ਮਿਲਣ ਜਾ ਰਹੀ ਹਾਂ। ਮੈਂ ਬੀਬੀ ਬਾਪੂ ਜੀ ਕੋਲ ਪਹੁੰਚ ਗਈ। ਭੂਆ ਜੀ ਕੋਲ ਲਾਲੀ ਵੀਰੇ ਦੀ ਮੰਗੇਤਰ ਆਈ ਹੋਈ ਸੀ। ਮੈਂ 2 ਮਿੰਟ ਉਹਨਾਂ ਕੋਲ ਬੈਠੀ। ਮੇਰਾ ਮਨ ਭਰ ਆਇਆ। ਮੈਂ ਸੋਚਿਆ ਬੀਜੀ ਬਾਪੂ ਜੀ ਕੋਲ ਜਾ ਕੇ ਬੈਠਦੀ ਹਾਂ। ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣ ਦੇ ਇਰਾਦੇ ਨਾਲ ਦਰਵਾਜ਼ੇ ਦੇ ਬਾਹਰ ਹੀ ਖੜ ਗਈ ਤੇ ਸੋਚਣ ਲੱਗੀ ਕਿ ਕੀ ਕਹਾਂ। ਮੈਂ ਬੀਜੀ ਬਾਪੂ ਜੀ ਦੀਆਂ ਜਿਹੜੀਆਂ ਗੱਲਾਂ ਸੁਣੀਆਂ, ਉਹਨਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੇਰੀਆਂ ਸੋਚਾਂ ਦੀਆਂ ਤੰਦਾਂ ਮੇਰੇ ਦਿਲ ਦਿਮਾਗ ਨਾਲ ਉਲਝ ਪਈਆਂ। ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਪੈਰਾਂ ਥੱਲਿਓਂ ਕਿਸੇ ਨੇ ਜ਼ਮੀਨ ਖਿੱਚ ਲਈ। ਮੈਂ ਪਛਤਾ ਰਹੀ ਸਾਂ ਉਸ ਘੜੀ ਨੂੰ ਜਦੋਂ ਮੈਂ ਘਰੋਂ ਤੁਰੀ ਸਾਂ। ਮੇਰੇ ਸਾਹਮਣੇ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਭੇਦ ਖੁੱਲ੍ਹ ਗਿਆ ਸੀ, ਜਿਸ ਦਾ ਹਮੇਸ਼ਾ ਭੇਦ ਬਣਿਆ ਰਹਿਣਾ ਹੀ ਸ਼ਾਇਦ ਸਭ ਲਈ ਚੰਗਾ ਸੀ।
ਮੈਨੂੰ ਅੱਜ ਸਮਝ ਆ ਗਈ ਸੀ ਆਪਣੇ ਮਾਂ-ਬਾਪ ਦੀਆਂ ਅੱਖਾਂ ਵਿਚਲੇ ਡਰ ਦੀ। ਉਹਨਾਂ ਦਾ ਡਰ ਸੱਚਾ ਸੀ। ਉਹ ਡਰਦੇ ਸਨ ਮੇਰੇ ਤੇ ਉਸ ਔਰਤ ਵਿਚਲੇ ਵੱਧ ਰਹੇ ਪਿਆਰ ਨੂੰ ਵੇਖ ਕੇ ਕਿ ਮੈਂ ਕਿਤੇ ਉਸ ਔਰਤ ਕੋਲ ਹੀ ਨਾ ਚਲੀ ਜਾਵਾਂ, ਕਿਉਂਕਿ ਉਹ ਔਰਤ ਮੇਰੀ ਭੂਆ ਨਹੀਂ, ਮੈਨੂੰ ਆਪਣੀ ਕੁੱਖੋਂ ਜੰਮਣ ਵਾਲੀ ਮੇਰੀ ਮਾਂ ਹੈ। ਅੱਜ ਮੇਰੀਆਂ ਸੋਚਾਂ ਮਹਿਕ ਕੋਲ ਜਾ ਖੜੀਆਂ ਕਿ ਮੇਰੇ ਬਚਪਨ ਦੀਆਂ ਫੋਟੋਆਂ ਵਿਚਲੀ ਮੇਰੀ ਸ਼ਕਲ ਮਹਿਕ ਦੀਆਂ ਫੋਟੋ ਨਾਲ ਇੰਨ ਬਿੰਨ ਕਿਵੇਂ ਮਿਲ ਸਕਦੀ ਹੈ। ਮੈਂ ਕਦੇ ਨਹੀਂ ਸੀ ਸੋਚਿਆ ਕਿ ਮਹਿਕ ਮੇਰੀ ਭੂਆ ਦੀ ਕੁੜੀ ਨਹੀਂ, ਬਲਕਿ ਮੇਰੀ ਸਕੀ ਭੈਣ ਹੈ। ਉਫ, ਹੁਣ ਵੀ ਮੈਂ ਗਲਤ ਕਹਿ ਰਹੀ ਹਾਂ। ਮਹਿਕ ਮੇਰੀ ਸਕੀ ਭੈਣ ਤਾਂ ਸੀ, ਪਰ ਇਹ ਔਰਤ ਮੇਰੀ ਭੂਆ ਨਹੀਂ, ਮੇਰੀ ਮਾਂ ਹੈ। ਕਿੱਡਾ ਜਿਗਰਾ ਇਸ ਔਰਤ ਦਾ। ਇਸ ਔਰਤ ਨੇ ਆਪਣੇ ਬੇਔਲਾਦ ਭਰਾ ਨੂੰ ਔਲਾਦ ਦਾ ਮਾਣ ਬਖਸ਼ਿਆ ਤੇ ਕਦੇ ਹੱਕ ਨਹੀਂ ਜਤਾਇਆ ਆਪਣੀ ਇੱਕੋ ਇੱਕ ਬਚੀ ਔਲਾਦ ਤੇ। ਅੱਜ ਮੈਂ ਸੁਣ ਲਈਆਂ ਆਪਣੀ ਕਿਸਮਤ ਨਾਲ ਜੁੜੀਆਂ ਸਾਰੀਆਂ ਗੱਲਾਂ। ਮੇਰੇ ਪਿਓ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਕਦੇ ਬਾਪ ਨਹੀਂ ਬਣ ਸਕਦਾ, ਪਰ ਮੇਰੀ ਇਸ ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਸ ਦੀ ਕੁੱਖ ਵਿੱਚ ਜੁੜਵਾ ਬੱਚੇ ਨੇ ਆਪਣੇ ਭਰਾ ਨੂੰ ਇੱਕ ਬੱਚਾ ਦੇਣ ਦਾ ਵਚਨ ਦਿੱਤਾ ਤੇ ਪੁਗਾਇਆ, ਕਿਸੇ ਨੂੰ ਕੰਨੋ ਕੰਨ ਖਬਰ ਵੀ ਨਾ ਹੋਣ ਦਿੱਤੀ। ਮੈਂ ਵੀ ਹਮੇਸ਼ਾ ਹੈਰਾਨ ਹੁੰਦੀ ਸਾਂ ਕਿ ਮਹਿਕ ਦਾ ਤੇ ਮੇਰਾ ਜਨਮ ਦਿਨ ਇੱਕੋ ਦਿਨ ਦਾ ਆਉਂਦਾ ਹੈ। ਮੈਨੂੰ ਕੀ ਪਤਾ ਸੀ ਕਿ ਕਿਉਂ ਇੱਕੋ ਦਿਨ ਆਉਂਦਾ ਹੈ, ਪਰ ਅੱਜ ਪਤਾ ਲੱਗ ਗਿਆ। ਪਰ ਹੁਣ ਮੈਂ ਕੀ ਕਰਾਂ? ਆਪਣੀ ਇਸ ਮਾਂ ਨੂੰ ਵੇਖਾਂ ਜਿਹਨੇ ਮੈਨੂੰ 9 ਮਹੀਨੇ ਆਪਣੀ ਕੁੱਖ ਵਿੱਚ ਰੱਖਿਆ, ਜਾਂ ਉਸ ਮਾਂ ਨੂੰ ਜਿਹਨੇ ਮੇਰੀਆਂ ਅੱਖਾਂ ਵਿੱਚ ਕਦੇ ਅੱਥਰੂ ਨਹੀਂ ਆਉਣ ਦਿੱਤੇ, ਜਾਂ ਉਸ ਪਿਓ ਨੂੰ ਜਿਹੜਾ ਮੇਰੇ ਇੱਕ ਝਰੀਟ ਵੱਜਣ 'ਤੇ ਆਪਣੇ ਸਾਰੇ ਕੰਮ ਕਾਰ ਛੱਡ ਦਿਨ ਰਾਤ ਮੇਰੇ ਕੋਲ ਬੈਠਣ ਲਈ ਤਿਆਰ ਹੋ ਜਾਂਦਾ ਹੈ। ਉਹਨਾਂ ਦੀ ਦੁਨੀਆ ਤਾਂ ਮੇਰੇ ਦੁਆਲੇ ਹੀ ਘੁੰਮਦੀ ਹੈ। ਮੈਂ ਉਹਨਾਂ ਨੂੰ ਕਿਵੇਂ ਛੱਡ ਸਕਦੀ ਹਾਂ? ਅੱਜ ਮੇਰੇ ਹੱਥ ਵੱਸ ਕੁਝ ਨਹੀਂ। ਮੈਂ ਸਭ ਕੁਝ ਕਿਸਮਤ 'ਤੇ ਛੱਡ ਰਹੀ ਹੈ, ਪਰ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਵੀ ਕਰ ਰਹੀ ਹਾਂ ਕਿ ਮੈਂ ਉਸ ਔਰਤ ਨੂੰ ਭਾਵੇਂ ਕਦੀ ਮਾਂ ਨਾ ਕਹਾਂ, ਪਰ ਹਮੇਸ਼ਾ ਇਸ ਔਰਤ ਨੂੰ ਆਪਣੀ ਉਸ ਮਾਂ ਵਾਂਗੂ ਆਦਰ ਮਾਣ ਦਿਆਂਗੀ ਜਿਸ ਨੇ ਮੈਨੂੰ ਦੁਨੀਆ 'ਚ ਵਿਚਰਨਾ ਸਿਖਾਇਆ। ਮੈਂ ਆਪਣੇ ਮਨ ਨੂੰ ਪੱਕਾ ਕਰ ਲਿਆ ਕਿ ਮੈਂ ਕੁਝ ਨਹੀਂ ਸੁਣਿਆ, ਮੈਨੂੰ ਕੁਝ ਨਹੀਂ ਪਤਾ। ਬੀਜੀ ਬਾਪੂ ਜੀ ਗੱਲਾਂ ਕਰ ਰਹੇ ਸਨ। ਮੈਂ ਜ਼ਰੂਰੀ ਫੋਨ ਕਾਲ ਦਾ ਬਹਾਨਾ ਲਾ ਕੇ ਆਪਣੀ ਭੂਆ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਆਪਣੇ ਘਰ ਵੱਲ ਤੁਰ ਪਈ। ਧੰਨਵਾਦ। ਜੇਕਰ ਤੁਹਾਨੂੰ ਮੇਰੀ ਇਹ ਅੱਜ ਦੀ ਸਟੋਰੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ।